मन्ने कीरत कही न जाई, जे को कहे पिछे पछुताई। कागद कलम न लिखन हार, मन्ने का बह करन विचार। ऐसा नाम निरंजन हुए, जे को मन जाने मन कोय। मन्ने सुरत हुए मन बुद्ध, मन्ने सगल भवन की सुध। मन्ने मोह चोटा न खाई, मन्ने जम के साथ न जाए। ऐसा नाम निरंजन हुए, जे को मन जाने मन कोय। मन्ने मार्ग ठाक न पाए, मन्ने पद से प्रगट जाए। मन्ने मग न चले पंथ, मन्ने धर्म सिद्धि संबंध। ऐसा नाम निरंजन हुए, जे को मन जाने मन कोय। मन्ने पावे मुख द्वार, मन्ने परवारे साधार। मन्ने तरे तरे तारे गुर सिख, मन्ने नानक भावे न भिख। ऐसा नाम निरंजन हुए, जे को मन जाने मन कोय। वाहिगुरु जी का खालसा, वाहिगुरु जी की फतेह। जुग जुग अटल चबर छतर तखत दे मालिक, बाबियां दे बाबे, गुरुआं दे गुरु, पीरां दे पीर, रहबरां दे रहबर, सतगुरु श्री गुरु ग्रंथ साहिब जी महाराज जी दी पावन पवित्र चरण शरण दे अंदर जुड़ बैठे गुरसिख प्यार वाले वडभागे हो, जो सतगुरां दे दर ते मन बिरतियां एकागर करदियां होइयां प्रभु मिलने कै चाओ नूं मुख रखदियां होइयां अमृत वेले की संभाल करदियां होइयां सतगुरां दे दर ते जुड़ बैठना कर रहे हो। लड़ीवार चल रहे जपजी साहिब जी की पावन पवित्र गुरशब्द विचार के राही गुरु नानक देव जी महाराज जी ने जो परमात्मा के दर घर दे उत्ते प्रवान होने दे वास्ते जो पैंडा दस्या है, रस्ता दस्या है, उस रस्ते को कदम दर कदम तय करने के वास्ते सतगुरां दे दर दे उत्ते जुड़ बैठना कर रहे हो। सतगुरां दे पावन पवित्र वचनां दे विचार सांझे करन तो पहला सतगुरां दे चरनां कुंडां च मन बिरतियां एकागर करदियां होइयां गुर फतेह प्रवान करना करो जी। वाहिगुरु जी का खालसा, वाहिगुरु जी की फतेह। कल दे पावन पवित्र वचनां दे अंदर गुरुदेव पातशाह ने समझाउणा कीता सी कि जदों असीं प्रभु परमात्मा दा नाम सुणदे हां ते साडे जीवन के अंदर किन्नियां कुछ बख्शिशां, किन्नियां कुछ रहमतां साडे जीवन च आउंदियां ने। जदों असीं प्रभु परमात्मा के नाम नूं सुणदे हां जीवन के अंदर प्रभाव पैंदा है परमात्मा के वचनां दा, जीवन के अंदर प्रभाव पैंदा है उस आनंद रूपी बाणी का। ते जदों आनंद की बाणी नूं असीं पढ़दे हां, सुणदे हां, ते फिर कल्ला गल सुनण दे नाल नहीं गल बननी, फिर वो मनण दी गल आती है।
ਸੁਣਨ ਨੂੰ ਅਸੀਂ ਵਿਚਾਰਿਆ ਕਿ ਸੁਣਨ ਨਾਲ ਕੀ ਹੁੰਦਾ ਹੈ। ਹੁਣ ਗੁਰਦੇਵ ਪਾਤਸ਼ਾਹ ਨੇ 4 ਪੌੜੀਆਂ ਮੰਨੇ ਦੀਆਂ ਉਚਾਰਨ ਕੀਤੀਆਂ ਨੇ ਕਿ ਜੇਕਰ ਅਸੀਂ ਉਹਦਾ ਪਰਮਾਤਮਾ ਦਾ ਨਾਮ ਪਤਾ ਲੱਗ ਗਿਆ ਕਿ ਸੁਣਨ ਦੇ ਨਾਲ ਕੀ ਹੁੰਦਾ ਹੈ। ਜਦੋਂ ਅਸੀਂ ਰੋਜ਼ ਗੁਰੂ ਦਾ ਨਾਮ ਸੁਣਨਾ ਸ਼ੁਰੂ ਕਰ ਦਿੱਤਾ ਫਿਰ ਕੀ ਹੋਵੇਗਾ। ਤੇ ਮੇਰੇ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਕਹਿਣ ਲੱਗੇ, ਮੰਨੇ ਕੀ ਗਤ ਕਹੀ ਨਾ ਜਾਏ। ਜਿਹੜੇ ਮੰਨ ਲੈਂਦੇ ਨੇ ਨਾ, ਉਹਨਾਂ ਦੀ ਗਤ, ਉਹਨਾਂ ਦੀ ਅਵਸਥਾ, ਉਹਨਾਂ ਦੇ ਬਾਰੇ ਵਿੱਚ ਜਿਹੜੇ ਜਾਂ ਇਵੇਂ ਕਹਿ ਲਈਏ ਕਿ ਜਿਹੜੇ ਗੁਰੂ ਦੇ ਬਚਨਾਂ ਨੂੰ ਆਪਣੇ ਜੀਵਨ ਦੇ ਅੰਦਰ ਅਪਣਾ ਲੈਂਦੇ ਨੇ, ਉਹਨਾਂ ਦੀ ਅਵਸਥਾ ਜਿਹੜੀ ਹੈ ਉਹ ਬਿਆਨ ਕਰਨੀ ਬੜੀ ਔਖੀ ਹੈ। ਉਹ ਪਰਮਾਤਮਾ ਨਾਲ ਮਿਲਣੇ ਸ਼ੁਰੂ ਹੋ ਜਾਂਦੇ ਨੇ, ਜਿਹੜੇ ਸੁਣ ਕੇ ਮਨ ਦੇ ਵਿੱਚ ਵਸਾਉਣਾ ਸ਼ੁਰੂ ਕਰ ਦਿੰਦੇ ਨੇ, ਪਰਮਾਤਮਾ ਦੇ ਨਾਲ ਮਿਲਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਪਰਮਾਤਮਾ ਨਾਲ ਜਿਹੜੇ ਮਿਲ ਜਾਂਦੇ ਨੇ, ਹੁਣ ਕੋਈ ਆਖੇ ਭਗਤ ਕਬੀਰ ਜੀ ਦੀ ਅਵਸਥਾ ਦੇ ਬਾਰੇ ਕੋਈ ਬਿਆਨ ਕਰੇ ਜਾਂ ਕਿਸੇ ਮਹਾਂਪੁਰਖ ਦੀ ਜੀਵਨੀ ਨੂੰ ਜਦੋਂ ਪੜ੍ਹਦੇ ਆ ਜਾਂ ਜੀਵਨ ਜਿਨ੍ਹਾਂ ਨੇ ਜੀਵਿਆ ਆ, ਜਾਂ ਕੋਈ ਆਖੇ ਕਿ ਬਾਬਾ ਬੁੱਢਾ ਜੀ ਦੀ ਅਵਸਥਾ ਕੋਈ ਬਿਆਨ ਕਰਕੇ ਦੱਸੇ ਜਾਂ ਧੰਨ ਬਾਬਾ ਦੀਪ ਸਿੰਘ ਜੀ ਦੀ ਅਵਸਥਾ ਨੂੰ ਕੋਈ ਬਿਆਨ ਕਰਕੇ ਦੱਸੇ, ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹਨਾਂ ਨੇ ਸੁਣ ਕੇ ਮਨ ਦੇ ਅੰਦਰ ਵਸਾ ਲਿਆ। ਮੰਨੇ ਕੀ ਗਤ ਕਹੀ ਨਾ ਜਾਏ, ਉਹਨਾਂ ਦੇ ਬਾਰੇ ਕਿਹਾ ਨਹੀਂ ਜਾ ਸਕਣਾ। ਦੇਖੋ ਕੱਲੇ ਇਹ ਤੁਸੀਂ ਸ਼ਬਦੀ ਅਰਥ ਨਾ ਲੈ ਲੈਣਾ, ਕੱਲੇ ਦੇਖੋ ਗੁਰਬਾਣੀ ਵਿੱਚ ਜਦੋਂ ਅਸੀਂ ਵਿਚਾਰਨਾ ਹੈ ਨਾ, ਕੱਲੀ ਗੁਰਬਾਣੀ ਸਾਨੂੰ ਸੰਸਾਰਿਕ ਪੱਖ ਦਾ ਗਿਆਨ ਨਹੀਂ ਦਿੰਦੀ। ਸਾਨੂੰ ਬਾਣੀ ਜਿਹੜੀ ਹੈ ਇਹ ਅਧਿਆਤਮਕ ਪੱਖਤਾ ਦਾ ਬੜੇ ਪੱਖਾਂ ਨੂੰ ਛੂਹਦੀ ਹੈ। ਇਹ ਉਹ ਗੱਲਾਂ ਸਾਨੂੰ ਅਧਿਆਤਮਕ ਪਹਿਲੂ ਪ੍ਰਵਾਨ ਕਰਵਾ ਦਿੰਦੀ ਹੈ। ਤੁਸੀਂ 5-7 ਮਿੰਟ ਕਿਤੇ ਵਾਹਿਗੁਰੂ ਦਾ ਜਾਪ ਜਦੋਂ ਅਸੀਂ ਕਰੀਏ ਨਾ, ਮਨ ਨੇਤਰ ਬੰਦ ਕਰਕੇ ਮਨ ਇਕਾਗਰ ਕਰਕੇ ਕਰੋ, ਤੇ ਤੁਹਾਡੇ ਮਸਤਕ ਦੇ ਅੰਦਰ ਇੱਕ ਐਸਾ ਠੰਡਕ ਆਉਣੀ ਸ਼ੁਰੂ ਹੋ ਜਾਏਗੀ, ਤੁਹਾਨੂੰ ਸਦੀਵ ਕਾਲ ਦੇ ਲਈ ਸਾਰਾ ਦਿਨ ਜੇਕਰ ਤੁਸੀਂ 10 ਮਿੰਟ 5 ਮਿੰਟ ਨਾਮ ਸਿਮਰਨ ਕਰਨਾ ਸ਼ੁਰੂ ਕਰ ਦੇਗੇ ਤੇ ਆਪਣੇ ਆਪ ਜੀਵਨ ਦੇ ਅੰਦਰ ਸਾਰਾ ਦਿਨ ਆਨੰਦ ਦੇ ਵਿੱਚ ਗੁਜ਼ਰ ਸਕਦਾ। ਇਹ ਅਵਸਥਾ ਬਣ ਜਾਂਦੀ ਹੈ। ਤੇ ਸਾਹਿਬ ਕਹਿਣ ਕਿ ਜਿਹੜੇ ਮੰਨ ਲੈਂਦੇ ਨੇ ਫਿਰ ਗੁਰੂ ਦੀ ਗੱਲ, ਦੇਖੋ ਆਮ ਤੌਰ ਦੇ ਉੱਤੇ ਅਸੀਂ ਮਨਾਉਨੇ ਆ ਸਾਰੇ। ਜਦੋਂ ਬਚਪਨ ਦੇ ਵਿੱਚ ਬੱਚਾ ਛੋਟਾ ਹੁੰਦਾ ਹੈ ਨਾ ਤੇ ਜਿੱਦ ਕਰਨੀ ਸ਼ੁਰੂ ਕਰ ਦਿੰਦਾ ਹੈ, ਮਾਂ ਪਿਓ ਕੋਲੋਂ ਮਨਵਾ ਲੈਂਦਾ ਹੈ। ਬੱਚਾ ਥੋੜਾ ਵੱਡਾ ਹੁੰਦਾ ਆਪਣੇ ਛੋਟੇ ਭੈਣ ਭਰਾਵਾਂ ਕੋਲੋਂ ਮਨਾਉਣੀ ਸ਼ੁਰੂ ਕਰ ਦਿੰਦਾ ਹੈ। ਅਸੀਂ ਬਣਾਉਂਦੇ ਆ ਗੱਲਾਂ, ਫਿਰ ਜਦੋਂ ਬੱਚੇ ਮਾਂ ਪਿਓ ਬਣ ਜਾਂਦੇ ਆ ਫਿਰ ਅਸੀਂ ਆਪਣੇ ਬੱਚਿਆਂ ਕੋਲ ਮਨਾਉਣੀਆਂ ਸ਼ੁਰੂ ਕਰ ਦਿੰਦੇ ਹਾਂ। ਜਾਂ ਕੋਈ ਵੱਡੀ ਉੱਚੀ ਅਵਸਥਾ ਦੇ ਉੱਤੇ ਜਾਂ ਉੱਚੇ ਪਦਵੀ ਦੇ ਉੱਤੇ ਬਹਿ ਜਾਂਦਾ ਹੈ ਕੋਈ, ਤੇ ਆਪਣੇ ਤੋਂ ਛੋਟਿਆਂ ਕੋਲੋਂ ਮਨਵਾਉਣੇ ਆ ਗੱਲਾਂ। ਜੇ ਕੋਈ ਰਾਜਾ ਬਣ ਜਾਂਦਾ ਹੈ ਤੇ ਉਹ ਵੀ ਆਪਣੇ ਪ੍ਰਜਾ ਕੋਲੋਂ ਮਨਵਾਉਂਦਾ ਹੈ ਗੱਲਾਂ। ਅਸੀਂ ਸਾਰੇ ਆਪਣੀਆਂ ਗੱਲਾਂ ਮਨਵਾਉਣੇ ਆ, ਮੰਨਦੇ ਕੋਈ ਨਹੀਂ। ਲੇਕਿਨ ਸਾਹਿਬ ਨਾਲ ਕਿ ਜਿਹੜਾ ਮਨ ਕਰਕੇ ਮੰਨ ਲੈਂਦਾ ਹੈ ਗੁਰੂ ਦੀ ਗੱਲ ਨੂੰ, ਉਹਦੀ ਤੇ ਅਵਸਥਾ ਹੀ ਗਾਂ ਦੀ ਹੋ ਜਾਂਦੀ ਹੈ। ਇੱਕ ਉਹਦਾ ਮੰਨਣਾ, ਇੱਕ ਮਨ ਕਰਕੇ ਮੰਨਣਾ। ਇੱਕ ਹੁਕਮ ਦੇ ਵਿੱਚ ਮੰਨ ਲੈਣਾ, ਕੋਈ ਫਲਾਣੇ ਨੇ ਹੁਕਮ ਦਿੱਤਾ ਹੈ ਉਹਦੇ ਅਨੁਸਾਰ ਨੂੰ ਕਰਨਾ ਹੀ ਪੈਣਾ ਮਜਬੂਰੀ ਦੇ ਵਿੱਚ। ਇੱਕ ਮਨ ਕਰਕੇ ਉਹ ਚੀਜ਼ ਕਰਨੀ, ਮਨ ਕਰਕੇ ਮੰਨਣਾ। ਦੇਖੋ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਕਲਗੀਆਂ ਵਾਲੇ ਪਾਤਸ਼ਾਹ ਤੱਕ, ਉਹਨਾਂ ਤੋਂ ਬਾਅਦ ਜਿੰਨੇ ਵੀ ਗੁਰਸਿੱਖ ਚੜ੍ਹਦੀ ਕਲਾ ਵਾਲੇ ਹੋਏ ਨੇ, ਉਹਨਾਂ ਨੇ ਮਨ ਕਰਕੇ ਮੰਨਿਆ ਆ। ਤਨ ਕਰਕੇ ਵੀ ਮੰਨਿਆ ਤੇ ਮਨ ਕਰਕੇ ਵੀ ਮੰਨਿਆ। ਜਿਹੜੀ ਸੇਵਾ ਲਈ ਮਨ ਕਰਕੇ ਉਹ ਆਪ ਸੇਵਾ ਕੀਤੀ। ਸਾਹਿਬ ਕਹਿੰਦੇ ਜਿਹੜੇ ਮੰਨ ਲੈਂਦੇ ਨੇ, ਮੰਨੇ ਕੀ ਗਤ ਕਹੀ ਨਾ ਜਾਏ। ਉਹਨਾਂ ਦੀ ਅਵਸਥਾ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਆਖੇ ਭਾਈ ਲੈਣੇ ਦੀ ਜਿਨ੍ਹਾਂ ਨੇ ਹੁਕਮ ਨੂੰ ਮੰਨਿਆ, ਉਹਨਾਂ ਦੀ ਕੋਈ ਅਵਸਥਾ ਬਿਆਨ ਕਰੇ, ਨਹੀਂ ਕਰ ਸਕਦੇ। ਗੁਰੂ ਅਮਰਦਾਸ ਜੀ ਦੀ ਅਵਸਥਾ ਬਿਆਨ ਕਰੀਏ, ਨਹੀਂ ਕਰ ਸਕਦੇ। ਮੇਰੇ ਸਾਹਿਬ ਕਹਿਣ ਲੱਗੇ, ਜੇ ਕੋ ਕਹੈ ਪਿਛੈ ਪਛੁਤਾਏ, ਛੱਛੇ ਦੇ ਔਂਕੜਿਆ। ਅਸੀਂ ਆਪ ਲੋਕ ਪਛਤਾਏ ਪੜ ਦਿੰਦੇ ਹਾਂ, ਲੇਕਿਨ ਛਿੱਛੇ ਦੇ ਔਂਕੜਿਆ, ਪਛੁਤਾਏ। ਅਤੇ ਜੇਕਰ ਕੋਈ ਕਹਿ ਦਿੰਦਾ ਨਾ ਤੇ ਮਗਰੋਂ ਪਛਤਾਉਂਦਾ ਹੈ। ਜੇ ਕੋਈ ਕਹਿਣ ਦੀ ਕੋਸ਼ਿਸ਼ ਕਰਦਾ ਹੈ, ਉਹਦੇ ਵਿੱਚ ਇੰਨੀ ਕਿਰਪਾ ਹੈ, ਫਿਰ ਬਾਅਦ ਦੇ ਵਿੱਚ ਪਛਤਾਉਣਾ ਪੈਂਦਾ ਕਿ ਇਹ ਗੱਲ ਮੈਂ ਕਾਹਨੂੰ ਕਹਿ ਦਿੱਤੀ। ਦੇਖੋ ਗੁਰਬਾਣੀ ਦੇ ਅੰਦਰ ਅੱਗੇ ਕਈ ਵਾਰੀ ਆਪ ਜੀ ਨੂੰ ਬਚਨ ਸਾਂਝੇ ਕੀਤੇ ਨੇ ਕਿ ਸੇਵਾ
ਤੇ ਸਿਮਰਨ ਦੋ ਸਾਡੇ ਜੀਵਨ ਦੇ ਅੰਦਰ ਇੱਕ ਐਸੀਆਂ ਅਵਸਥਾਵਾਂ ਨੇ, ਇਹ ਕਮਾਉਣੀਆਂ ਪੈਂਦੀਆਂ ਨੇ, ਬਾਹਰੋਂ ਕੋਈ ਪ੍ਰਾਪਤ ਨਹੀਂ ਹੁੰਦਾ। ਤੇ ਜਦੋਂ ਅਸੀਂ ਇਹ ਚੀਜ਼ ਨੂੰ ਕਮਾ ਲਿਆ ਨਾ, ਜਦੋਂ ਕਿਤੇ ਸਤਿਗੁਰਾਂ ਦੀ ਰਹਿਮਤ ਹੋ ਗਈ, ਕਿਤੇ ਬਖਸ਼ਿਸ਼ ਹੋ ਗਈ ਸਾਡੇ ਜੀਵਨ ਦੇ ਅੰਦਰ, ਤੇ ਜਦੋਂ ਅਸੀਂ ਜਤਾਉਣਾ ਸ਼ੁਰੂ ਕਰ ਦਿੰਦੇ ਹਾਂ ਕਿ ਮੈਂ ਇੰਨੇ ਸੁਖਮਨੀ ਸਾਹਿਬ ਦੇ ਪਾਠ ਕੀਤੇ, ਇੰਨੇ ਜਪਜੀ ਸਾਹਿਬ ਦੇ ਪਾਠ ਕੀਤੇ, ਇੰਨੀ ਵਾਰੀ ਹਰਿਮੰਦਰ ਸਾਹਿਬ ਗਿਆ, ਇੰਨੀ ਸੇਵਾ ਕੀਤੀ, ਖਤਮ ਨਾਲ। ਸੇਵਾ ਤੇ ਸਿਮਰਨ ਇਹ ਕਮਾਉਣ ਦਾ ਸਾਧਨ ਆ, ਜਤਾਉਣ ਦਾ ਸਾਧਨ ਨਹੀਂ। ਇਹ ਅੰਤਰ ਆਤਮੇ ਪਰਮਾਤਮਾ ਨੂੰ ਮਿਲਣ ਦਾ ਇੱਕ ਸਾਧਨ ਹੈ, ਜ਼ਰੀਆ ਹੈ। ਇਹ ਦਿਖਾਉਣ ਦੇ ਵਾਸਤੇ ਨਹੀਂ। ਜਦੋਂ ਅਸੀਂ ਦਿਖਾਉਣਾ, ਸ਼ੋਅ ਆਫ ਕਰਨਾ ਸ਼ੁਰੂ ਕਰ ਦਿੰਦੇ ਆ, ਸੇਵਾ ਸਿਮਰਨ ਸਾਡੇ ਜੀਵਨ ਚ ਅੰਦਰੋਂ ਖਤਮ ਹੋ ਜਾਏਗੀ। ਇਸ ਕਰਕੇ ਇਸ ਨੂੰ ਕਮਾਉਣਾ ਹੀ ਕਮਾਉਣਾ ਹੈ। ਲੇਕਿਨ ਸਾਹਿਬ ਆਖ ਦਿੱਤਾ ਹੈ ਨਾ, ਜੇ ਕੋ ਕਹੇ ਪਿੱਛੇ ਪਛਤਾਏ। ਜਿਹੜਾ ਕਹਿ ਦਿੰਦਾ ਹੈ ਨਾ, ਬਿਆਨ ਕਰ ਦਿੰਦਾ ਹੈ ਨਾ, ਉਹ ਬਾਅਦ ਚ ਪਛਤਾਵਾ ਹੀ ਉਹਦੇ ਪੱਲੇ ਰਹਿ ਜਾਂਦਾ, ਮੈਂ ਕੰਮ ਹੋ ਗਿਆ। ਦੇਖੋ ਆਮ ਤੌਰ ਦੇ ਉੱਤੇ ਜਦੋਂ ਕੋਈ ਮਹਾਂਪੁਰਖਾਂ ਦੇ ਜੀਵਨ ਦੀ ਗੱਲ ਕਰਦੇ ਤੇ ਉਹ ਆਮ ਤੌਰ ਦੇ ਉੱਤੇ ਬਹੁਤ ਜ਼ਿਆਦਾ ਬੋਲਦੇ ਨਹੀਂ ਹੁੰਦੇ, ਬਹੁਤ ਘੱਟ ਬੋਲਦੇ ਨੇ। ਤੇ ਜਿਹੜੇ ਬੋਲਦੇ ਨੇ ਉਹ ਪ੍ਰਭਾਵਸ਼ਾਲੀ ਹੁੰਦੇ ਨੇ। ਉਹ ਜਿਹੜੇ ਬੋਲ ਮੂੰਹ ਕਹਿ ਦਿੰਦੇ ਨੇ ਉਹ ਸੱਤ ਹੋ ਜਾਂਦੇ ਨੇ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਾਡਾ ਜਿਹੜਾ ਬੋਲਿਆ ਹੈ ਐਵੇਂ ਨਿਸਫਲ ਚਲਾ ਜਾਵੇਗਾ, ਉਹ ਬੋਲ ਹੋ ਹੀ ਜਾਣਾ ਹੈ, ਉਹ ਸੱਚ ਕਰਕੇ ਮੰਨਿਆ ਜਾਣਾ ਹੈ। ਤੇ ਸਾਹਿਬ ਕਹਿਣ ਲੱਗੇ, ਇਸ ਕਰਕੇ ਜਿਹੜੀ ਕਮਾਈ ਕਰਨੀ ਹੈ, ਜਿਹੜਾ ਨਾਮ ਸਿਮਰਨ ਕਰਨਾ ਹੈ, ਜਿਹੜਾ ਸੁਣਿਆ ਹੈ, ਉਸ ਨੂੰ ਪ੍ਰਭੂ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਕਮਾਉਣਾ ਹੈ। ਕਮਾ ਕੇ ਬਿਆਨ ਨਹੀਂ ਕਰਨਾ, ਲੋਕਾਂ ਸਾਹਮਣੇ ਸ਼ੋਅ ਆਫ ਨਹੀਂ ਕਰਨਾ, ਪਰਮਾਤਮਾ ਦੇ ਨਾਮ ਨੂੰ ਧਿਆਉਣਾ ਆ ਤੇ ਧਿਆ ਕੇ ਆਪਣੇ ਹਿਰਦੇ ਭਾਂਡੇ ਦੇ ਵਿੱਚ ਪਾ ਕੇ ਰੱਖਣਾ ਹੈ। ਕਾਗਦ ਕਲਮ ਨਾ ਲਿਖਣ ਹਾਰ। ਕਹਿੰਦੇ ਜਦੋਂ ਪਰਮਾਤਮਾ ਦੀ ਉਸਤਤ ਵਡਿਆਈ ਕਰਨੀ ਸ਼ੁਰੂ ਕਰ ਦਈਏ, ਜਦੋਂ ਜੀਵਨ ਦੀ ਅਵਸਥਾ ਥੋੜੀ ਉੱਚੀ ਹੋ ਜਾਂਦੀ ਹੈ ਨਾ, ਜੇਕਰ ਕੋਈ ਆਖੇ ਕਿ ਕਲਮ ਦੇ ਨਾਲ ਕਾਗਜ਼ ਦੇ ਉੱਤੇ ਲਿਖ ਦੇਵਾਂ, ਬਿਆਨ ਕਰਨਾ ਬੜਾ ਔਖਾ ਹੈ। ਉਸ ਪਰਮਾਤਮਾ ਦੀ ਉਸਤਤ ਵਡਿਆਈ ਬਿਆਨ ਕਰਨੀ ਬੜੀ ਔਖੀ ਹੈ। ਜੇ ਸਤਿਗੁਰਾਂ ਨੂੰ ਪੁੱਛ ਗਈ ਕਿ ਕਿੰਨੀ ਕੁ ਔਖੀ ਹੈ ਬਿਆਨ ਕਰਨੀ ਹੋਵੇ, ਤੇ ਪਰਮਾਤਮਾ ਨੂੰ ਕਿੰਨਾ ਕੁ ਲਿਖਣਾ ਪਵੇਗਾ। ਤੇ ਭਗਤ ਕਬੀਰ ਜੀ ਬੜਾ ਸੋਹਣਾ ਲਿਖਦੇ ਨੇ, ਕਬੀਰ ਸਾਤ ਸਮੁੰਦਰ ਬਸ ਕਰੋ, ਕਲਮ ਕਰੋ ਬਨਰਾਏ, ਬਸੁਦਾ ਕਾਗਜ਼ ਜੋ ਕਰੋ, ਹਰ ਜਸ ਲਿਖਣ ਨਾ ਜਾਏ। ਧੰਨ ਭਗਤ ਕਬੀਰ ਜੀ ਕਹਿਣ ਲੱਗੇ ਕਿ ਜੇਕਰ 7 ਸਮੁੰਦਰਾਂ ਦੀ ਸ਼ਾਹੀ ਬਣਾ ਲਈ ਜਾਏ, ਜਿੰਨੀ ਬਨਸਪਤੀ ਹੈ ਉਹਦੀਆਂ ਕਲਮਾਂ ਘੜ ਲਈਆਂ ਜਾਣ, ਜਿੰਨੀ ਧਰਤੀ ਹੈ ਉਹਦੇ ਉੱਤੇ ਕਾਗਜ਼ ਵਿਛਾ ਦਿੱਤੇ ਜਾਣ, ਤੇ ਉਹਦੇ ਉੱਤੇ ਪਰਮਾਤਮਾ ਦੀ ਉਸਤਤ ਵਡਿਆਈ ਲਿਖਣੀ ਸ਼ੁਰੂ ਕਰੀਏ ਨਾ, ਹਰ ਜਸ ਲਿਖਣ ਨਾ ਜਾਏ, ਫਿਰ ਵੀ ਪਰਮਾਤਮਾ ਨੂੰ ਲਿਖਿਆ ਨਹੀਂ ਤੇ ਜਾਣਾ। ਪਰਮਾਤਮਾ ਦੀ ਇੰਨੀ ਕੁ ਵਡਿਆਈ ਹੈ, ਕਿਉਂਕਿ ਜਿੰਨੀ ਕੁ ਅਵਸਥਾ ਹੁੰਦੀ ਉੱਚੀ, ਉਹਨੇ ਉਨੀ ਕੁ ਉੱਚੀ ਅਵਸਥਾ ਦੀਆਂ ਗੱਲਾਂ ਕਰਨੀਆਂ। ਜਿੰਨਾ ਪਰਮਾਤਮਾ ਨਾਲ ਕੋਈ ਮਿਲੂਗਾ, ਉਨੀਆਂ ਕੋ ਪਰਮਾਤਮਾ ਦੇ ਦਰ ਘਰ ਦੀਆਂ ਗੱਲਾਂ ਆਪਣੇ ਜੀਵਨ ਦੇ ਅੰਦਰ ਕਰੇਗਾ। ਕਾਗਜ਼ ਕਲਮ ਨਾ ਲਿਖਣ ਹਾਰ। ਇੱਥੇ ਕਾਗਜ਼ ਦੇ ਉੱਤੇ ਵਿਸ਼ਰਾਮ ਹੋਣਾ ਹੈ, ਕਿਉਂਕਿ ਸਿਹਾਰੀ ਵੀ ਹੈ ਤੇ ਸਾਹਿਬਾਂ ਨੇ ਉੱਤੇ ਕਿਉਂਕਿ ਲਗ ਮਾਤਰ ਵੀ ਲਾਈ ਤੇ ਨਾਲ ਵਿਸ਼ਰਾਮ ਦੇ ਦਿੱਤਾ ਹੈ। ਕਾਗਜ਼ ਕਲਮ ਨਾ ਲਿਖਣ ਹਾਰ। ਪਰਮਾਤਮਾ ਦਾ ਨਾਮ ਕਲਮ ਤੇ ਕਾਗਜ਼ ਦੇ ਨਾਲ ਲਿਖਿਆ ਨਹੀਂ ਜਾ ਸਕਦਾ। ਮੰਨੇ ਕਾ ਬਹਿ ਕਰਨ ਵਿਚਾਰ। ਪਰਮਾਤਮਾ ਦਾ ਜਿਹੜਾ ਨਾਮ ਸੁਣ ਕੇ ਮਨ ਲੈਂਦੇ ਨੇ ਨਾ, ਤੇ ਪਰਮਾਤਮਾ ਨੂੰ ਵਿਚਾਰਿਆ ਜਾ ਸਕਦਾ ਹੈ, ਪਰਮਾਤਮਾ ਨੂੰ ਮਹਿਸੂਸ ਕੀਤਾ ਜਾ ਸਕਦਾ, ਆਨੰਦ ਨੂੰ ਮਾਣਿਆ ਜਾ ਸਕਦਾ, ਵਿਚਾਰਿਆ ਜਾ ਸਕਦਾ ਹੈ। ਹੁਣ ਦੇਖੋ, ਜਿਹੜਾ ਅਸੀਂ ਸੰਗਤ ਦੇ ਵਿੱਚ ਬਹਿ ਕੇ ਪਰਮਾਤਮਾ ਨੂੰ ਵਿਚਾਰਦੇ ਪਏ ਹਾਂ, ਇਨਸਾਨ ਕੋਈ ਸੋਚੇ ਕਿ ਮੈਂ ਵਿਚਾਰ ਕਰ ਰਿਹਾ ਕਿ ਮੇਰੇ ਕੋਲ ਵਿਚਾਰ ਨਹੀਂ ਹੋ ਸਕਦੇ। ਕੋਈ ਇਨਸਾਨ ਕੋਈ ਆਖੇ ਮੈਂ ਆਖਾਂ, ਮੈਂ ਸੋਚਾਂ ਕਿ ਮੈਂ ਸੰਗਤ ਦੇ ਨਾਲ ਇੱਥੇ ਵਿਚਾਰ ਕਰ ਲਵਾਂ, ਨਹੀਂ ਕਰ ਸਕਦੇ। ਕਿਉਂਕਿ ਜਦੋਂ ਇਨਸਾਨ ਘਰ ਤੋਂ ਸੋਚ ਕੇ ਆਉਂਦਾ ਜਾਂ ਕਥਾ ਕਰਨ ਵਾਸਤੇ ਆਈਦਾ, ਤੇ ਸਾਡੇ ਸੋਚ ਦੇ ਵਿੱਚ ਹੋਰ ਚੀਜ਼ਾਂ ਹੁੰਦੀਆਂ ਨੇ, ਉਹਨਾਂ ਦੇ ਅਰਥ ਹੋਰ ਪੜ੍ਹ ਕੇ ਆਈਦਾ। ਲੇਕਿਨ ਜਦੋਂ ਗੁਰੂ ਮਹਾਰਾਜ ਦੀ ਹਜ਼ੂਰੀ ਦੇ ਅੰਦਰ ਅਰਦਾਸ ਬੇਨਤੀ ਕਰਕੇ ਬੈਠ ਜਾਈਦਾ,
गुरु महाराज ਨੂੰ ਉਹਦੇ ਅਰਥ ਹੀ ਹੋਰ ਕਰਵਾ ਦਿੰਦਾ। ਇਨਸਾਨ ਦੇ ਹੱਥ ਕੁਛ ਨਹੀਂ ਹੈ, ਕਿਉਂਕਿ ਬੁਲਾਉਣ ਵਾਲਾ ਉਹ ਆਪ ਹੈ, ਬੋਲਣ ਵਾਲਾ ਉਹ ਆਪ ਹੈ, ਸੁਣਨ ਵਾਲਾ ਉਹ ਆਪ ਹੈ। ਸਾਰਿਆਂ ਦੇ ਵਿੱਚ ਪ੍ਰਮਾਤਮਾ ਉਹ ਆਪ ਵਸ ਰਿਹਾ ਹੈ। ਤੇ ਸਾਹਿਬ ਕਹਿਣ ਲੱਗੇ ਮੰਨੇ ਕਾ ਬਹਿ ਕਰਨ ਵਿਚਾਰ, ਪ੍ਰਮਾਤਮਾ ਨੂੰ ਮੰਨਣ ਵਾਲੇ ਬਹਿ ਕੇ ਵਿਚਾਰ ਕਰ ਸਕਦੇ ਆ ਕਿ ਪ੍ਰਮਾਤਮਾ ਕਿਹੋ ਜਿਹਾ ਹੈ। ਐਸਾ ਨਾਮ ਨਿਰੰਜਨ ਹੋਵੇ, ਅਤੇ ਪ੍ਰਮਾਤਮਾ ਦਾ ਨਾਮ ਇੱਕ ਇਹੋ ਜਿਹਾ ਹੈ ਜਿਹੜਾ ਮਾਇਆ ਤੋਂ ਰਹਿਤ ਹੈ। ਕੱਲ ਵੀ ਬੇਨਤੀ ਕੀਤੀ ਸੀ, ਅੰਜਨ ਤੋਂ ਭਾਵ ਹੈ ਮਾਇਆ, ਨਿਰਅੰਜਨ ਤੋਂ ਭਾਵ ਹੈ ਮਾਇਆ ਤੋਂ ਰਹਿਤ। ਪ੍ਰਮਾਤਮਾ ਮਾਇਆ ਤੋਂ ਰਹਿਤ ਹੈ। ਪ੍ਰਮਾਤਮਾ ਨੂੰ ਮਾਇਆ ਭੋ ਨਹੀਂ ਸਕਦੀ। ਜੇ ਕੋ ਮਨ ਜਾਣੈ ਮਨ ਹੋਏ, ਜਿਹੜਾ ਮਨ ਕਰਕੇ ਉਸ ਪ੍ਰਭੂ ਪਰਮਾਤਮਾ ਨੂੰ ਜਾਣ ਲੈਂਦਾ ਹੈ ਨਾ, ਉਹ ਇਸ ਗੱਲ ਨੂੰ ਸਮਝੇਗਾ ਕਿ ਮਾਇਆ ਤੋਂ ਰਹਿਤ ਪਰਮਾਤਮਾ ਹੈ। ਪਰਮਾਤਮਾ ਦੇ ਨਾਲ ਮਿਲਣ ਦੇ ਨਾਲ ਮਾਇਆ ਦਾ ਕੋਈ ਪ੍ਰਭਾਵ ਨਹੀਂ ਪਵੇਗਾ। ਪਰਮਾਤਮਾ ਦੇ ਦਰ ਦੇ ਉੱਤੇ ਨਾਮ ਜਪ ਕੇ ਮੰਨ ਕੇ ਹੀ ਉਹਦੇ ਦਰ ਦੇ ਉੱਤੇ ਪ੍ਰਵਾਨ ਹੋਣਾ ਹੈ। ਪਹਿਲੀ ਪੌੜੀ ਦੇ ਅੰਦਰ, ਮੰਨੇ ਦੀ ਪਹਿਲੀ ਪੌੜੀ ਦੇ ਅੰਦਰ ਸਤਿਗੁਰਾਂ ਨੇ ਇਹ ਵਚਨ ਆਖਣਾ ਕੀਤੇ ਨੇ। ਦੂਸਰੀ ਅਵਸਥਾ ਜਦੋਂ ਅਸੀਂ ਮੰਨ ਲੈਂਦੇ ਨੇ ਫਿਰ ਕੀ ਹੋਏਗਾ? ਸਾਹਿਬ ਕਹਿਣਗੇ ਮੰਨੈ ਸੁਰਤ ਹੋਵੈ ਮਨ ਬੁੱਧ। ਇੱਥੇ ਅੱਗੇ ਹੀ ਮੰਨੇ ਇੱਕ ਵਚਨ ਸੀ, ਹੁਣ ਇੱਥੇ ਮੰਨੈ ਬਹੁ ਵਚਨ ਹੈ, ਦੋ ਮਾਤਰਾ ਨੇ ਉੱਤੇ। ਮੰਨੈ ਸੁਰਤ ਹੋਵੈ ਮਨ ਬੁੱਧ, ਅਤੇ ਮੰਨਣ ਵਾਲਿਆਂ ਦੀ ਗੱਲ ਕੀਤੀ ਹੈ। ਹੁਣ ਬਹੁ ਵਚਨ, ਜਿਹੜੇ ਫਿਰ ਪਰਮਾਤਮਾ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਨੇ, ਫਿਰ ਕੀ ਹੁੰਦਾ? ਸੁਰਤ ਹੋਵੈ ਮਨ ਬੁੱਧ। ਉਹਨਾਂ ਦੀ ਸੁਰਤੀ ਦੇ ਵਿੱਚ ਬੁੱਧ ਪ੍ਰਕਾਸ਼ ਹੋਣੀ ਸ਼ੁਰੂ ਹੋਏਗੀ। ਉਹਨਾਂ ਦੇ ਜਿਹੜੀ ਸੋਚ ਹੈ, ਸੁਰਤ ਹੈ, ਬੁੱਧੀ ਪਰਮਾਤਮਾ ਨੇ ਸਾਨੂੰ ਹਰੇਕ ਇਨਸਾਨ ਨੂੰ ਬੁੱਧੀ ਦਿੱਤੀ ਹੈ ਪਰਮਾਤਮਾ ਨੇ। ਤੇ ਬੁੱਧੀ ਨੂੰ ਜਦੋਂ ਪਰਮਾਤਮਾ ਦੇ ਗਿਆਨ ਦਾ ਚਾਨਣ ਹੋਇਆ ਤੇ ਬੁੱਧੀ ਤੋਂ ਕੀ ਹੋਇਆ? ਪ੍ਰਕਾਸ਼ ਹੋ ਗਿਆ। ਉਹਨੂੰ ਸੋਚ ਪਰਮਾਤਮਾ ਨੇ ਹਰੇਕ ਦੇ ਵਿੱਚ ਗੁਣ ਪਾਏ ਨੇ। ਤੇ ਲੇਕਿਨ ਜਦੋਂ ਜਿਵੇਂ ਹਨੇਰੇ ਦਾ ਕਮਰਾ ਹੋਵੇ, ਜਦੋਂ ਹਨੇਰੇ ਕਮਰੇ ਦੇ ਵਿੱਚ ਲਾਈਟ ਜਗ ਜਾਏ ਤੇ ਚਾਰੇ ਪਾਸੇ ਪਤਾ ਲੱਗੇ ਕਿਹੜੀ ਚੀਜ਼ ਕਿੱਥੇ ਪਈ ਹੈ, ਰੋਸ਼ਨੀ ਹੋਣ ਦੇ ਨਾਲ। ਉਸੇ ਤਰੀਕੇ ਦੇ ਨਾਲ ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਗਿਆਨ ਹੈ। ਸਾਡੇ ਹਿਰਦਿਆਂ ਦੇ ਵਿੱਚ, ਸਾਡੇ ਬੁੱਧ ਦੇ ਵਿੱਚ, ਸਾਰੇ ਵਿੱਚ ਗਿਆਨ ਹੈ। ਲੇਕਿਨ ਜਦੋਂ ਗਿਆਨ ਦੇ ਵਿੱਚ ਪਰਮਾਤਮਾ ਦਾ ਪ੍ਰਕਾਸ਼ ਹੋ ਗਿਆ, ਫਿਰ ਪਰਮਾਰਥ ਦੇ ਮਾਰਗ ਦੇ ਉੱਤੇ ਤੁਰਨ ਦਾ ਸਾਨੂੰ ਪਤਾ ਲੱਗ ਜਾਵੇਗਾ। ਪਰਮਾਤਮਾ ਦੇ ਦਰ ਘਰ ਦੀਆਂ ਗੱਲਾਂ ਦਾ ਪਤਾ ਲੱਗਣਾ ਸ਼ੁਰੂ ਹੋਏਗਾ। ਪਰ ਹੋਊਗਾ ਕਦੋਂ? ਜਦੋਂ ਹਿਰਦੇ ਦੇ ਵਿੱਚ ਗਿਆਨ ਪ੍ਰਗਟ ਹੋਇਆ। ਮੰਨੈ ਸੁਰਤ ਹੋਵੈ ਮਨ ਬੁੱਧ। ਸੁਰਤੀ ਵੀ ਮਿਲੂਗੀ, ਬੁੱਧ ਵੀ ਪ੍ਰਾਪਤ ਹੋ ਜੂਗੀ, ਪਰਮਾਤਮਾ ਦਰ ਘਰ ਦਾ ਗਿਆਨ ਪ੍ਰਾਪਤ ਹੋਵੇਗਾ। ਤੇ ਜਦੋਂ ਪਰਮਾਤਮਾ ਦੇ ਦਰ ਘਰ ਦਾ ਗਿਆਨ ਹੋਇਆ, ਮੰਨੈ ਸਗਲ ਭਵਨ ਕੀ ਸੁਧ। ਫਿਰ ਸਾਰੇ ਭਵਨਾਂ ਦਾ ਗਿਆਨ ਮੰਨਣ ਦੇ ਨਾਲ ਹੋਣਾ। ਹੁਣ ਦੇਖੋ, ਅੱਜ ਸਾਇੰਸ ਖੋਜ ਕਰਦਿਆਂ ਹੋਇਆਂ ਇੱਥੋਂ ਤੱਕ ਪਹੁੰਚੀ ਹੈ ਕਿ ਧਰਤੀ ਤੋਂ ਹੋਰ ਵੀ ਧਰਤੀਆਂ ਹੈਗੀਆਂ ਨੇ, ਚੰਦਰਮਾ ਹੈਗਾ ਆ, ਮੰਗਲ ਗ੍ਰਹਿ ਤੱਕ ਹੈਗਾ ਹੈ। ਲੇਕਿਨ ਅੱਗੇ ਜਾ ਕੇ ਅਸੀਂ ਪੜਾਂਗੇ ਕਿ ਗੁਰੂ ਨਾਨਕ ਸਾਹਿਬ ਨੇ ਤੇ ਅੱਜ ਤੋਂ 550 ਸਾਲ ਪਹਿਲਾਂ ਇਹ ਗੱਲ ਆਖ ਦੇਣਾ ਕੀਤੀ ਸੀ, ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ। ਸਾਇੰਟਿਸਟ ਹੁਣ ਆਖਦੇ ਪਏ ਨੇ ਕਿ ਲੱਖਾਂ ਧਰਤੀਆਂ ਦੇ, ਲੱਖਾਂ ਆਕਾਸ਼ ਦੇ, ਲੱਖਾਂ ਪਤਾਲ ਨੇ। ਤੇ ਗੁਰੂ ਨਾਨਕ ਸਾਹਿਬ ਨੇ ਤਾਂ ਅੱਜ ਤੋਂ 500 ਸਾਲ ਪਹਿਲਾਂ ਇਹ ਗੱਲਾਂ ਆਖ ਦਿੱਤੀਆਂ ਸੀ। ਹੁਣ ਸਾਇੰਟਿਸਟ ਅੱਜ ਤੋਂ 200 ਸਾਲ ਦੇ ਕਰੀਬ ਇਹ ਗੱਲ ਆਖਣ ਲੱਗੀ ਸੀ ਕਿ ਧਰਤੀ ਗੋਲ ਹੈ। ਲੇਕਿਨ ਗੁਰੂ ਨਾਨਕ ਸਾਹਿਬ ਨੇ ਪਹਿਲਾਂ, ਜਿਹੜੇ ਅੱਜ ਸਾਇੰਟਿਸਟ ਆਖਦੇ ਨੇ ਕਿ ਬਿਗ ਬੈਂਗ ਹੋਈ ਥਿਊਰੀ ਜਿਹੜੀ ਆਉਂਦੀ ਹੈ ਕਿ ਗੈਸਾਂ ਦਾ ਗੋਲਾ ਸੀ, ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਆਖ ਦਿੱਤਾ ਵੀ ਸਾਰੇ ਪ੍ਰਕਰਣ ਦਾ ਵਰਣਨ ਪਹਿਲਾਂ ਕਰ ਦਿੱਤਾ। ਕਿਉਂ? ਕਿੱਥੋਂ ਕੀਤਾ? ਕਿਉਂਕਿ ਉਹਨਾਂ ਨੂੰ ਉਹ ਸਾਰਾ ਗਿਆਨ ਸਗਲ ਭਵਨ ਕੀ ਸੁਧ, ਸਾਰੇ ਭਵਨਾਂ ਦੀ ਸੁਝ ਹੋ ਜਾਂਦੀ ਹੈ। ਹੁਣ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਵੀਰ ਦਸਤਗੀਰ ਦੇ ਨਾਲ ਮੁਲਾਕਾਤ ਹੁੰਦੀ ਹੈ, ਵਿਚਾਰ ਹੁੰਦੀ ਹੈ, ਉਹਦੇ ਪੁੱਤ ਨੂੰ ਲੱਖਾਂ ਧਰਤੀਆਂ ਤੇ ਲੱਖਾਂ ਪਤਾਲਾਂ ਤੇ ਲੱਖਾਂ ਆਕਾਸ਼ਾਂ ਤੋਂ
कड़ा प्रसाद लिया के नाल जाके दिखा देना कीती सी। क्यों? क्योंकि उन्होंने को वो समर्था हैगी सी। साहिब कहन लगे जदों परमात्मा के नाम को असीं मन लवांगे सारे भवनां की सुझ प्राप्त हो जाएगी। मन्नै मोहे चोटा ना खाए, मन्नै मोहे मोहे का मुंह के उत्ते चोटा ना खाए। देखो जेकर असीं गलत काम करांगे तो पर लोक भी दुखी होवांगे ते परलोक विच भी दुखी होवांगे। जेकर सही करांगे ते वो चोटा मुंह के उत्ते नहीं पैणगियां, चपेड़ा मुंह ते नहीं वजणगियां। जे असीं गलत काम करके आउणे ना बाहरों कोई ते घरों चपेड़ा वजदियां नहीं ना, क्योंकि बस उसी तरह जो असीं संसार दे उत्ते कोई चंगा काम नहीं कीता, परमात्मा दे दर दे उत्ते जावांगे ते परमात्मा दे दर ते मुंह ते चपेड़ा वजणियां ने। साहिब कहण लगे कि जेकर असीं परमात्मा के नाम नूं मन लवांगे ना, गुरु के बचनां अनुसार चल पवांगे, मन्नै मोह चोटा ना खाए, मतलब मुंह के उत्ते चोटा नहीं पैणगियां। मन्नै जम कै साथ न जाए। जो परमात्मा के नाम नूं मन लवांगे ना तो जमा का साथ जम सानू फड़ के नहीं खड़नगे, जम सानू कैद करके नहीं खड़नगे, बल्कि वो सानू परमात्मा के दर दे उत्ते अपने आप प्राप्ति हो जाएगी। ऐसा नाम निरंजन होए जिको मन जाने। जिहड़ा इहो जिहे नाम नूं जप लवेगा ना वो माया तो रहित हो जाएगा, क्योंकि नाम ही माया तो रहित कर सकता है। तीसरी पौड़ी के अंदर मन्ने की तीसरी पौड़ी के अंदर सतगुरु जी वचन करन लगे, मन्नै मार्ग ठाक ना पाए। मार्ग तो भाव है रस्ता, ठाक तो भाव है रोक। साहिब कहणगे परमात्मा के नाम नूं जिहड़े मन लैंदे ने उन्हां दे रस्तियां दे विच रुकावटां नहीं पैंदियां। भावें कोई जिन्ना मर्जी कोई यतन कर लवे किसी दे बनदे होए कामां नूं रोकण दा, लेकिन जिहड़े परमात्मा के नाम दे भौरे बन जाते हैं, परमात्मा के नाल जिन्हां दी प्रीत बन जाती, उन्हां दे रस्तियां 'च कोई रुकावट नहीं पा सकता, क्योंकि उन्हां दे रस्तियां 'च वो आप खड़ा हुंदा है ना, उन्हां दे रुके कारज वो आप पूरे करने वाला होता है। मन्ने मार्ग ठाक ना पाए, मन्ने पथ स्यों प्रगट जाए। पथ तो हुंदी है इज्जत, स्यों प्रगट जाए, उन्हां दी इज्जत सारे संसार दे विच प्रगट हो जाती है। जिहड़े परमात्मा दे बचनां नूं मन लैंदे ने, परमात्मा उन्हां दी चारे पासे जय जयकारां करवा दिंदा है, चारे पासे उन्होंने झंडे झूलने शुरू हो जाते हैं। परंतु होणगे कदों जदों मन लैणगे परमात्मा के बचनां नूं। जिन्हां ने भी चाहे भगत साहिबाना ने, चाहे गुरु साहिबाना ने, चाहे गुरसिखां ने, जिन्हां ने भी नाम जपिया जां सेवा कीती जां सिमरन कीता, उन्हां दे नाम नूं लोक हमेशा दे लई याद करते रहंदे ने। सच्चे पातशाह कहण लगे, मन्नै मग ना चलै पंथ। साहिब कहन लगे मग तो भाव हुंदा रस्ता, पंथ तो भाव रस्ते की गल की गई है। साहिब कहन लगे उन्हां दे रस्ते दे विच मन्नै मग ना चलै पंथ। जो वो रस्ते दे उत्ते तुरदे ने उन्हां दे रस्ते दे विच किसी प्रकार दी कोई मग संस्कृत का लफ्ज है ते पंथ तो भाव रस्ता। उन्हां दे मार्ग दे विच कोई भी किसी भी प्रकार की कोई भी रुकावट नहीं आउंदी, बल्कि वो परमात्मा के दर दे उत्ते प्रवान हो जाते हैं। जदों वो परमात्मा के मार्ग के उत्ते तुरते ने, परमात्मा के दर के उत्ते प्रवान होंदे ने। मन्नै धर्म सेती संबंध, फिर उन्हां दा धर्म दे नाल रिश्ता जुड़ जाता है। जिहड़े परमात्मा के रस्ते के उत्ते तुर पैंदे ने, मन लैंदे ने, तुर पैंदे ने, फिर उन्हां दा रिश्ता परमात्मा नाल जुड़दा संबंध। क्योंकि साडा जिहदे नाल संबंध होवे ना, साडी कोई रिश्ता होवे ते किते कोई दुख सुख हुंदा वो आण के खड़ जांदा है।
ਤੇ ਬਸ ਉਸੇ ਤਰੀਕੇ ਦੇ ਨਾਲ ਜਦੋਂ ਪ੍ਰਮਾਤਮਾ ਦੇ ਨਾਲ ਸਾਡਾ ਰਿਸ਼ਤਾ ਬਣ ਜਾਏਗਾ ਤੇ ਪ੍ਰਮਾਤਮਾ ਸਾਡੇ ਕਿਤੇ ਵੀ ਜਿੱਥੇ ਰੋਕ ਪਾਉਗੀ ਉੱਥੇ ਆਣ ਕੇ ਉਹ ਖੜਾ ਹੋਊਗਾ। ਉਹ ਆਪ ਸਾਡੇ ਰੁਕੇ ਹੋਏ ਕਾਰਜਾਂ ਨੂੰ ਆਪ ਨੇਪਰੇ ਚਾੜੇਗਾ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਨ ਹੋਏ। ਉਹ ਪ੍ਰਭੂ ਪਰਮਾਤਮਾ ਦਾ ਨਾਮ ਐਸਾ ਹੈ ਜਿਹੜਾ ਮਾਇਆ ਤੋਂ ਰਹਿਤ ਹੈ, ਉਹਦੇ ਨਾਲ ਜੁੜਿਆ ਹੀ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨਗੀ ਹੋ ਸਕਦੀ ਹੈ। ਕਿ ਮੇਰੇ ਸਾਹਿਬ ਕਹਿਣ ਲੱਗੇ, ਮੰਨੈ ਪਾਵਹਿ ਮੋਖ ਦੁਆਰ। ਜਿਹੜੇ ਪਰਮਾਤਮਾ ਦਾ ਨਾਮ ਮੰਨ ਲੈਂਦੇ ਨੇ ਉਹਨਾਂ ਨੂੰ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਕੂੜ ਦੀ, ਅਸੀਂ ਪਹਿਲੀ ਪੌੜੀ ਦੀ ਅੰਦਰ ਗੱਲ ਕੀਤੀ ਸੀ ਨਾ, ਕਿਵ ਸਚਿਆਰਾ ਹੋਈ ਹੈ, ਕਿਵ ਕੂੜ ਹੈ, ਟੁੱਟੈ ਪਾਲ। ਜਿਹੜਾ ਕੂੜ ਦਾ ਦਰਵਾਜ਼ਾ ਜਾਂ ਕੂੜ ਦੀ ਕੰਧ ਹੈ ਉਹ ਕਿਵੇਂ ਟੁੱਟ ਸਕਦੀ ਹੈ, ਕਿਵੇਂ ਸਚਿਆਰ ਬਣਿਆ ਜਾ ਸਕਦਾ ਹੈ, ਉਹਦੀ ਗੱਲ ਸਤਿਗੁਰਾਂ ਨੇ ਹੁਣ ਇੱਥੇ ਕੀਤੀ ਹੈ। ਕਹਿੰਦੇ ਕਿ ਮੰਨੈ ਪਾਵੈ ਮੋਖ ਦੁਆਰ। ਮੋਖ ਤੋਂ ਭਾਵ ਹੈ ਕੂੜ ਦੀ ਕੰਧ, ਮੁਕਤੀ ਦਾ ਦੁਆਰਾ ਜਿਹੜਾ ਹੈ ਮੰਨਣ ਦੇ ਨਾਲ ਪ੍ਰਾਪਤ ਹੋਣਾ। ਕੂੜ ਦੀ ਕੰਧ ਟੁੱਟੂਗੀ ਨਾ ਤੇ ਫਿਰ ਪਰਮਾਤਮਾ ਨਾਲ ਮਿਲਿਆ ਜਾਣਾ ਹੈ ਨਾ। ਪਰਮਾਤਮਾ ਨਾਲ ਮਿਲਣਾ ਹੀ ਮੁਕਤੀ ਦਾ ਦੁਆਰਾ ਹੈ। ਪਰਮਾਤਮਾ ਨਾਲ ਮਿਲਣਾ ਹੀ ਮੁਕਤੀ ਦਾ ਦੁਆਰਾ ਹੈ। ਮੁਕਤ ਕੋਈ ਇਹ ਥੋੜੀ ਕਿ ਮਰਨ ਤੋਂ ਬਾਅਦ ਕਿਸੇ ਨੂੰ ਮੁਕਤੀ ਪ੍ਰਾਪਤ ਹੋਣੀ ਹੈ, ਬਿਲਕੁਲ ਨਹੀਂ ਜੀ। ਸਾਹਿਬ ਗੁਰਬਾਣੀ ਦੇ ਅੰਦਰ ਇੱਕ ਥਾਂ ਬਚਨ ਹੁੰਦਾ ਹੈ ਕਿ ਜੇਕਰ ਮੁਕਤੀ ਮਰਨ ਤੋਂ ਬਾਅਦ ਪ੍ਰਾਪਤ ਹੋਣੀ ਹੈ ਤੇ ਇਹੋ ਜਿਹੀ ਮੁਕਤੀ ਨੂੰ ਕੀ ਕਰਨਾ ਹੈ। ਜੇ ਕਿਸੇ ਨੇ ਮਰਨ ਤੋਂ ਬਾਅਦ ਜੇ ਮੁਕਤੀ ਪ੍ਰਾਪਤ ਹੋਈ ਤੇ ਇਹੋ ਜਿਹੀ ਮੁਕਤੀ ਨੂੰ ਅਸੀਂ ਕੀ ਕਰੀਏ। ਮੁਕਤੀ ਇਹ ਤਾਂ ਨਾ ਜੇ ਜੀਂਦਿਆਂ ਜੀ ਮੁਕਤ ਹੋਈਏ, ਜੀਂਦਿਆਂ ਜੀ ਸਾਡੇ ਜੀਵਨ ਦੇ ਵਿੱਚੋਂ ਕੂੜ ਦੀ ਕੰਧ ਟੁੱਟ ਜਾਵੇ। ਜਿਵੇਂ ਸਤਿਗੁਰੂ ਜੀ ਕਹਿਣ ਲੱਗੇ, ਮੰਨੈ ਪਾਵੈ ਮੋਖ ਦੁਆਰ। ਪਰਮਾਤਮਾ ਦੇ ਨਾਮ ਨੂੰ ਜਦੋਂ ਪਾ ਲਈਏ ਤੇ ਮੁਕਤੀ ਦਾ ਦੁਆਰਾ ਪ੍ਰਾਪਤ ਹੋ ਜਾਂਦਾ ਹੈ। ਮੰਨੈ ਪਰਵਾਰੈ ਸਾਰਾਰ। ਫਿਰ ਉਹ ਆਪ ਹੀ ਨਹੀਂ ਕੱਲਾ ਜੁੜਦਾ ਹੈ, ਬਲਕਿ ਆਪਣੇ ਪਰਿਵਾਰ ਨੂੰ, ਆਪਣੇ ਨਗਰ ਨੂੰ, ਉਹ ਸਾਰੇ ਨੂੰ ਜਿਹੜੇ ਵੀ ਉਹਦੇ ਨਾਲ ਜੁੜਦੇ ਨੇ ਉਹਨਾਂ ਨੂੰ ਵੀ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਕਰ ਦਿੰਦਾ ਹੈ। ਹਾਂ, ਇੱਥੇ ਖਿਆਲ ਜ਼ਰੂਰ ਕਰਨਾ ਕਿ ਕਈ ਐਸੇ ਹੁੰਦੇ ਨੇ ਜਿਹੜੇ ਵਿਖਾਵੇ ਵਾਸਤੇ ਹੀ ਕਰਦੇ ਨੇ ਕਿ ਮੈਨੂੰ ਮੁਕਤੀ ਦਾ ਦੁਆਰਾ ਮਿਲ ਗਿਆ, ਮੈਨੂੰ ਪਰਮਾਤਮਾ ਮਿਲ ਗਿਆ। ਇੱਕ ਗੱਲ ਪੱਕੇ ਤੌਰ ਤੇ ਸਮਝ ਲੈਣਾ ਕਿ ਜਿਹੜਾ ਇਹ ਗੱਲ ਆਖਦਾ ਹੈ ਕਿ ਮੈਨੂੰ ਮੁਕਤੀ ਮਿਲ ਗਈ ਜਾਂ ਮੈਨੂੰ ਪਰਮਾਤਮਾ ਮਿਲ ਗਿਆ, ਉਹ ਝੂਠ ਬੋਲਦਾ ਹੈ। ਕਿਉਂਕਿ ਜਿਹਨੂੰ ਮਿਲ ਜਾਂਦਾ ਉਹ ਦੱਸਣ ਜੋਗਾ ਨਹੀਂ ਰਹਿੰਦਾ, ਜਿਹਨੂੰ ਪਰਮਾਤਮਾ ਮਿਲ ਜਾਂਦਾ। ਜਿਹੜਾ ਆਖਦਾ ਆ ਉਹਨੂੰ ਉਹ ਝੂਠ ਬੋਲ ਰਿਹਾ, ਦੁਨੀਆ ਨੂੰ ਭਰਮਾ ਰਿਹਾ। ਦੁਨੀਆ ਅਸਲ 'ਚ ਹਰ ਬੰਦਾ ਦੁਨੀਆ ਦੇ ਵਿੱਚ ਟੈਨਸ਼ਨਾਂ ਦੇ ਵਿੱਚ ਹੈ। ਹਰ ਬੰਦੇ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਟੈਨਸ਼ਨ ਪਈ ਹੈ। ਹਰ ਬੰਦਾ ਮੁਸ਼ਕਿਲਾਂ ਦੇ ਵਿੱਚ ਪਿਆ ਹੈ। ਹਰ ਬੰਦਾ ਦੁਖੀ ਹੈ ਦੁਨੀਆ ਦੇ ਵਿੱਚ। ਹਰ ਬੰਦਾ ਸੁੱਖ ਦੀ ਖੋਜ ਦੇ ਵਿੱਚ ਕਿਤੇ ਨਾ ਕਿਤੇ ਭੱਜਾ ਫਿਰਦਾ ਕਿ ਮੈਨੂੰ ਕਿਤੇ ਨਾ ਕਿਤੇ ਥਾਂ ਮਿਲ ਜੇ, ਰਸਤਾ ਮਿਲ ਜੇ, ਕਿਤੇ ਸੁੱਖਾਂ ਦੀ ਪ੍ਰਾਪਤੀ ਹੋ ਜਾਏ। ਤੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਇਨਸਾਨ ਥਾਂ ਥਾਂ ਦੇ ਉੱਤੇ ਭਟਕਦਾ। ਇੱਕ ਦੇ ਉੱਤੇ ਇਹਨੂੰ ਵਿਸ਼ਵਾਸ ਨਹੀਂ ਹੁੰਦਾ। ਜਦੋਂ ਇੱਕ ਦੇ ਉੱਤੇ ਵਿਸ਼ਵਾਸ ਨਹੀਂ ਆਏਗਾ ਤੇ ਫਿਰ ਇਹ ਭਟਕਣਾਵਾਂ ਦੇ ਵਿੱਚ ਹੋਰ ਵਧੇਗਾ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੀਵਨ ਦੇ ਅੰਦਰ ਇੱਕ ਗੁਰ ਇਤਿਹਾਸ ਘਟਨਾ ਆਉਂਦੀ ਹੈ। ਆਪ ਜੀ ਨੇ ਸੁਣੀ ਹੋਏਗੀ ਜ਼ਰੂਰ। ਦੇਖੋ, ਗੱਲ ਮੈਂ ਸਾਖੀ ਸੁਣਾਉਣ ਦੇ ਨਾਲ ਨਹੀਂ, ਮੇਰਾ ਗੱਲ ਮੰਤਵ ਤੱਕ ਪਹੁੰਚਾਉਣ ਦੀ ਗੱਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਮਾਲਵੇ ਇਲਾਕੇ ਦੇ ਵਿੱਚ ਗੁਜ਼ਰਦੇ ਪਏ ਸਨ ਤੇ ਉੱਥੇ ਰਸਤੇ ਦੇ ਵਿੱਚ ਕਾਫੀ ਵੱਡਾ ਅਜਗਰ ਸੱਪ ਜਿਹੜਾ ਸੀ ਉਹ ਰੇਂਗਦਾ ਪਿਆ ਸੀ ਤੇ ਗਰਮੀਆਂ 'ਚ ਰੇਤ ਦੇ ਟਿੱਬੇ ਸਨ ਉਸ ਇਲਾਕੇ ਦੇ ਵਿੱਚ ਤੇ ਉਹਦੇ ਉੱਤੇ ਤੁਰਿਆ ਨਹੀਂ ਸੀ ਜਾ ਰਿਹਾ। ਉਹਦੇ ਉੱਤੇ ਜ਼ਖਮ ਹੋਏ ਸਨ ਤੇ ਜਿੰਨੇ ਵੀ ਕੀੜੀਆਂ ਕਾਢੇ ਨੂੰ ਚਿੰਬੜ ਕੇ ਤੋੜ ਕੇ ਖਾ ਰਹੇ ਸਨ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਦਰ ਤੇ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਇਹ ਇੰਨਾ ਵੱਡਾ ਸੱਪ ਤੁਰਿਆ ਜਾਣ ਰਿਹਾ ਹੈ, ਉਹ ਤੁਰਿਆ ਨਹੀਂ ਜਾ ਰਿਹਾ, ਕੀੜੇ ਕਾਢੇ ਨੂੰ ਨੋਚ ਕੇ ਖਾ ਰਹੇ ਨੇ, ਸੁੱਲੀਆਂ ਪਈਆਂ ਨੇ, ਵੱਖ-ਵੱਖ ਤਰ੍ਹਾਂ ਦੇ ਕੀੜੇ ਪਏ ਹੋਏ ਨੇ, ਤੇ ਇਹਨੂੰ ਇੰਨਾ ਦੁੱਖ ਕਿਉਂ, ਕਸ਼ਟ ਕੱਟਦੇ ਹੋ? ਤੁਸੀਂ ਤੇ ਜਾਣੀ ਜਾਣ ਹੋ, ਤੁਸੀਂ ਤੇ ਘੱਟ ਕੀ ਅੰਤਰ ਕੀ ਜਾਣ ਤੋਂ ਭਲੇ ਬੁਰੇ ਕੀ ਪੀਰ ਪਛਾਣ, ਸੱਚੇ ਪਾਤਸ਼ਾਹ ਇਹਨੂੰ ਕਿਉਂ ਇਹ ਰੋਗ ਨੇ?
ਸਤਿਗੁਰੂ ਜੀ ਕਹਿਣ ਲੱਗੇ ਅਸਲ ਦੇ ਵਿੱਚ ਪਿਛਲੇ ਜਨਮ ਦੇ ਵਿੱਚ ਇਹ ਸਾਧ ਸੀ, ਲੋਕਾਂ ਨੂੰ ਆਖਦਾ ਸੀ ਕਿ ਮੈਂ ਤੁਹਾਨੂੰ ਮੁਕਤੀ ਦਿਵਾਉਂਗਾ, ਮੈਂ ਤੁਹਾਨੂੰ ਮੇਰੇ ਨਾਲ ਜੁੜੋ, ਮੈਂ ਤੁਹਾਨੂੰ ਆਹ ਚੀਜ਼ਾਂ ਦੇ ਦੂੰਗਾ, ਮੈਂ ਤੁਹਾਨੂੰ ਆਹ ਬਖਸ਼ਿਸ਼ਾਂ ਕਰੂੰਗਾ, ਮੈਂ ਤੁਹਾਨੂੰ ਆਹ ਬਖਸ਼ਿਸ਼ਾਂ ਕਰੂੰਗਾ। ਲੇਕਿਨ ਉਹ ਆਪ ਮੁਕਤ ਹੋਇਆ ਨਹੀਂ ਸੀ, ਦੂਜਿਆਂ ਨੂੰ ਮੁਕਤ ਕਰਾਉਣ ਦੇ ਵਾਅਦੇ ਕੀਤੇ ਸਨ, ਤੇ ਹੁਣ ਮਰਨ ਤੋਂ ਬਾਅਦ ਇਹ ਸਭ ਬਣਿਆ, ਤੇ ਸਭ ਬਣਨ ਤੋਂ ਬਾਅਦ ਹੁਣ ਜਿਹੜੇ ਇਹਦੇ ਚੇਲੇ ਚਾਟੜੇ ਸਨ, ਉਹ ਕੀੜੀਆਂ ਕੱਢ ਕੇ ਬਣੇ, ਹੁਣ ਇਹਨੂੰ ਤੋੜ ਕੇ ਖਾ ਰਹੇ ਆ। ਕਹਿਣ ਤੋਂ ਭਾਵ ਕਿ ਜਿਹੜਾ ਇਨਸਾਨ ਆਪ ਖੁਦ ਤਰਿਆ ਨਾ ਹੋਵੇ, ਆਪ ਮੁਕਤ ਨਾ ਹੋਵੇ, ਉਹ ਕਿਸੇ ਨੂੰ ਮੁਕਤ ਨਹੀਂ ਕਰਵਾ ਸਕਦਾ। ਜਿਹੜਾ ਆਪ ਅਜੇ ਅਸੀਂ ਸਰੀਰਕ ਜਾਮੇ ਚ ਅਸੀਂ ਨਹੀਂ ਮੁਕਤ ਹੋ ਸਕਦੇ, ਅਸੀਂ ਨਹੀਂ ਮੁਕਤ ਅਜੇ। ਗੁਰਬਾਣੀ ਮੁਕਤ ਹੈ। ਗੁਰਬਾਣੀ ਕੋਈ ਸਰੀਰਕ ਜਾਮਾ ਨਹੀਂ, ਗੁਰਬਾਣੀ ਗਿਆਨ ਦਾ ਸਾਗਰ ਹੈ। ਗੁਰਬਾਣੀ ਦੇ ਨਾਲ ਜੁੜਾਂਗੇ ਤੇ ਗੁਰੂ ਸਾਨੂੰ ਸਾਰੀਆਂ ਬਖਸ਼ਿਸ਼ਾਂ ਕਰੇਗਾ। ਸਰੀਰ ਕਰਕੇ ਅਸੀਂ ਜੁੜਾਂਗੇ। ਸਰੀਰ ਦੇਖੋ, ਦੁਨੀਆ ਦੁੱਖਾਂ ਕਰਕੇ ਸੁੱਖਾਂ ਦੀ ਭਾਲ ਵਾਸਤੇ ਕਦੀ ਮੜੀਆਂ ਮਸਾਣਾ ਡਿੰਗੀਆਂ ਪਖੰਡੀਆਂ ਥਾਂ ਦੇ ਉੱਤੇ ਭਟਕਦੀ ਹੈ। ਕਿਉਂ? ਕਿਉਂਕਿ ਸਾਨੂੰ ਸੁੱਖ ਪ੍ਰਾਪਤ ਹੋ, ਲੇਕਿਨ ਇੱਕ ਦੇ ਉੱਤੇ ਵਿਸ਼ਵਾਸ ਨਹੀਂ ਰੱਖਦੇ। ਜਦੋਂ ਸਤਿਗੁਰਾਂ ਨੇ ਇਹ ਬਚਨ ਆਖ ਦੇਣਾ ਕੀਤੇ ਨੇ ਕਿ ਬਾਣੀ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਕਿ ਜੇਕਰ ਗੁਰੂ ਨੂੰ ਸੱਚਮੁੱਚ ਤੁਹਾਨੂੰ ਗੁਰੂ ਚਾਹੀਦਾ ਹੈ, ਲੱਭਣਾ ਚਾਹੁੰਦੇ ਹੋ, ਗੁਰਬਾਣੀ ਨੂੰ ਲੱਭੋ, ਗੁਰਬਾਣੀ ਨੂੰ ਪੜ੍ਹੋ, ਗੁਰਬਾਣੀ ਨੂੰ ਵਿਚਾਰੋ, ਸਾਰਾ ਕੁਝ ਗੁਰਬਾਣੀ ਚੋਂ ਮਿਲਣਾ ਹੈ। ਤੇ ਫਿਰ ਸਾਨੂੰ ਬਾਹਰ ਭਟਕਣ ਦੀ ਲੋੜ ਨਹੀਂ। ਤੇ ਸਾਹਿਬ ਕਹਿਣਗੇ ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ। ਜਦੋਂ ਪਰਮਾਤਮਾ ਦਾ ਨਾਮ ਮੰਨ ਲਵਾਂਗੇ ਤੇ ਪਰਿਵਾਰ ਸਮੇਤ ਸਾਡਾ ਉਧਾਰ ਹੋ ਜਾਏਗਾ। ਮੰਨੈ ਤਰੈ ਤਾਰੇ ਗੁਰਸਿੱਖ। ਜਿਹੜੇ ਮੰਨ ਲੈਂਦੇ ਨੇ ਉਹ ਆਪ ਵੀ ਤਰਦੇ ਨੇ ਤੇ ਹੋਰਾਂ ਨੂੰ ਵੀ ਤਾਰ ਦਿੰਦੇ ਨੇ। ਜਿਹੜੇ ਬੱਚੇ ਨੇ ਆਪ ਜਪੈ ਅਵਲਾ ਨਾਮ ਜਪੈ, ਆਪ ਵੀ ਜਪਣਾ ਤੇ ਦੂਜਿਆਂ ਨੂੰ ਵੀ ਜਪਾਉਣਾ। ਤੇ ਸੰਗਤੀ ਤੌਰ ਦੇ ਉੱਤੇ ਹੋ ਸਕਦਾ ਹੈ। ਮੰਨੈ ਤਰੈ ਤਾਰੇ ਗੁਰਸਿੱਖ, ਆਪ ਵੀ ਤਰਨਾ ਤੇ ਦੂਜਿਆਂ ਨੂੰ ਵੀ ਤਾਰਨਾ। ਜਦੋਂ ਪਰਮਾਤਮਾ ਨੇ ਜਿਹਨੂੰ ਬੁੱਧ ਦੇ ਦਿੱਤਾ ਹੈ, ਜਿਹਨੂੰ ਗਿਆਨ ਦੇ ਦਿੱਤਾ ਹੈ, ਉਹਦਾ ਫਰਜ਼ ਬਣਦਾ ਹੈ, ਗੁਰਸਿੱਖੀ ਦੇ ਵਿੱਚ ਫਰਜ਼ ਬਣਦਾ ਹੈ। ਜੇਕਰ ਪਰਮਾਤਮਾ ਨੇ ਮੈਨੂੰ ਗਿਆਨ ਦਿੱਤਾ ਤੇ ਮੈਂ ਦੂਜਿਆਂ ਨੂੰ ਵੀ ਵੰਡਾ। ਇਹ ਨਹੀਂ ਕਿ ਇਕੱਲਾ ਆਪਣੇ ਕੋਲ ਸਾਂਭ ਕੇ ਰੱਖਾਂ ਤੇ ਦੂਜਿਆਂ ਨੂੰ ਦਵਾਂ ਹੀ ਨਾ। ਦੇਖੋ, ਗਿਆਨ ਇੱਕ ਐਸਾ ਹੈ, ਜਿੰਨਾ ਤੁਸੀਂ ਵੰਡੋਗੇ ਉਹਨਾਂ ਵਧੇਗਾ। ਜਿੰਨੀ ਬਾਣੀ ਪੜੋਗੇ, ਦੂਜਿਆਂ ਨੂੰ ਪੜ੍ਹਨ ਦੇ ਵਾਸਤੇ ਲਾਓਗੇ, ਉਹ ਹੋਰ ਵਧੇਗੀ। ਭਾਈ ਸਾਹਿਬ ਗੁਰਦਾਸ ਜੀ ਇੱਥੋਂ ਤੱਕ ਆਖਦੇ ਨੇ ਕਿ ਜੈਸੇ ਸਾਤ ਮੰਦਰ ਕੰਚਨ ਕੇ ਉਸਾਰ ਦੀਨੋ, ਤੈਸੋ ਇੱਕ ਸ਼ਬਦ ਗੁਰ ਸਿੱਖ ਕੋ ਸਿਖਾਏ ਕਹਿ। ਕਹਿਣਗੇ ਜੇਕਰ ਕੋਈ 7 ਮੰਦਰ ਸੋਨੇ ਦੇ ਬਣਾ ਕੇ ਵੀ ਦਾਨ ਕਰ ਦੇਵੇ ਨਾ, ਤੇ ਉਹਦੇ ਬਰਾਬਰ ਜੇ ਤੁਸੀਂ ਕਿਸੇ ਨੂੰ ਇੱਕ ਸ਼ਬਦ ਪੜ੍ਹਨਾ ਸਿਖਾ ਦਿਓ ਨਾ ਗੁਰਬਾਣੀ ਦਾ, ਉਹਦੇ ਬਰਾਬਰ 7 ਸੋਨੇ ਦੇ ਮੰਦਰ ਮਹਿਲ ਬਣਾ ਕੇ ਦਾਨ ਕਰ ਦਿਓ, ਉਹਦੇ ਬਰਾਬਰ ਆ। ਇਹਨਾਂ ਲਾਹਾ ਪ੍ਰਾਪਤ ਹੁੰਦਾ ਹੈ। ਇਹ ਕਰਕੇ ਜਿੰਨੀ ਵੀ ਬਾਣੀ ਪੜ੍ਹਦੇ ਹੋ ਉਨੀ ਵੱਧ ਤੋਂ ਵੱਧ ਪੜ੍ਹੋ, ਜਿੰਨੀ ਤੁਸੀਂ ਸਿਖਾ ਸਕਦੇ ਹੋ ਵੱਧ ਤੋਂ ਵੱਧ ਸਿਖਾਓ। ਮੇਰੇ ਸਤਿਗੁਰੂ ਜੀ ਕਹਿਣ ਲੱਗੇ ਮੰਨੈ ਤਰੈ ਤਾਰੇ ਗੁਰਸਿੱਖ, ਆਪ ਵੀ ਤਰੋ ਤੇ ਦੂਜਿਆਂ ਨੂੰ ਤਰਨ ਦੇ ਵਾਸਤੇ ਲਾ ਲਓ। ਮੰਨੈ ਨਾਨਕ ਭਵੈ ਨਾ ਭਿਖ। ਜਦੋਂ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਓਗੇ ਨਾ, ਤੇ ਕਿਸੇ ਦਰ ਦੇ ਉੱਤੋਂ ਤੁਹਾਨੂੰ ਹੋਰ ਮੰਗਣ ਦੀ ਮੁਤਾਜਗੀ ਨਹੀਂ ਰਹਿ ਜਾਵੇਗੀ। ਜਦੋਂ ਗੁਰੂ ਦੇ ਹੋ ਜਾਓਗੇ, ਮੰਨ ਲਵੋਗੇ ਤੇ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਓਗੇ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣਾ ਮਨ ਕੋਏ। ਸਾਹਿਬ ਕਹਿਣ ਲੱਗੇ ਇਹੋ ਜਿਹੇ ਨਾਮ ਨੂੰ ਜਪਣਾ ਸ਼ੁਰੂ ਕਰ ਦਿਓ ਜਿਹੜਾ ਮਾਇਆ ਤੋਂ ਰਹਿਤ ਹੈ। ਜਦੋਂ ਮਾਇਆ ਰਹਿਤ ਪਰਮਾਤਮਾ ਨੂੰ ਜਪੋਗੇ, ਧਿਆਓਗੇ, ਸਿਮਰਨ ਕਰੋਗੇ, ਜਦੋਂ ਮੰਨ ਲਵੋਗੇ, ਜੇ ਕੋ ਮਨ ਜਾਣੈ ਮਨ ਕੋਏ, ਜਿਹੜਾ ਮਨ ਦੇ ਵਿੱਚ ਉਸ ਪਰਮਾਤਮਾ ਨੂੰ ਮੰਨ ਲੈਂਦਾ ਹੈ, ਫਿਰ ਪਰਮਾਤਮਾ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦਾ ਹੈ। ਇੰਨਾ ਉੱਚਾ ਜੀਵਨ ਹੋ ਜਾਂਦਾ ਹੈ ਕਿ ਪਰਮਾਤਮਾ ਦੇ ਮਾਰਗ ਦੇ ਉੱਤੇ ਪ੍ਰਵਾਨ ਹੋ ਜਾਂਦਾ ਹੈ। ਹੁਣ ਜਦੋਂ ਪ੍ਰਵਾਨ ਹੋਣਾ ਹੈ, ਫਿਰ ਕੀ ਅਵਸਥਾ ਬਣਨੀ ਹੈ? ਹੁਣ ਜਿਹੜੀ 15ਵੀਂ ਪੌੜੀ ਹੈ, ਅਗਲੇਰੀ ਪੌੜੀ ਹੈ, ਉਸ ਦੇ ਅੰਦਰ
ਵਾਹਿਗੁਰੂ 16ਵੀਂ ਪੌੜੀ, ਉਸ ਦੇ ਅੰਦਰ ਸਾਹਿਬਾਂ ਨੇ ਪੰਜ ਪ੍ਰਵਾਨ ਪੰਜ ਪ੍ਰਧਾਨਤਾ ਦੀ ਗੱਲ ਕੀਤੀ ਹੈ। ਜਿਹੜੇ ਪ੍ਰਵਾਨ ਹੋ ਜਾਂਦੇ ਨੇ ਉਹਨਾਂ ਦੀ ਕੀ ਅਵਸਥਾ ਬਣਦੀ ਹੈ। ਅਸੀਂ ਸੁਣਿਆਂ ਦੀਆਂ ਤੇ ਮੰਨਿਆਂ ਦੀਆਂ ਗੱਲਾਂ ਕੀਤੀਆਂ ਨੇ, ਜਿਹੜੇ ਸੁਣ ਲੈਂਦੇ ਤੇ ਮਨ ਦੇ ਵਿੱਚ ਵਸਾ ਲੈਂਦੇ ਨੇ, ਉਹਨਾਂ ਦੀ ਅਵਸਥਾ ਦੀ ਗੱਲ ਕੀਤੀ ਹੈ। ਕੱਲ ਨੂੰ ਅਸੀਂ ਵਿਚਾਰਾਂਗੇ ਜਿਹੜੇ ਪ੍ਰਵਾਨ ਹੋ ਜਾਂਦੇ ਨੇ, ਕੋਈ ਦੁਨੀਆਦਾਰੀ ਦੀਆਂ ਗੱਲਾਂ ਨਹੀਂ ਹੈ, ਕੋਈ ਸਾਖੀਆਂ ਸੁਣਾਉਣ ਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਕੇਵਲ ਤੇ ਕੇਵਲ ਅਧਿਆਤਮਕ ਮਾਰਗ ਦੇ ਉੱਤੇ ਪਹੁੰਚਣ ਦੇ ਵਾਸਤੇ। ਇਹ ਲਾਹਾ ਪ੍ਰਾਪਤ ਹੈ। ਜ਼ਿੰਦਗੀ ਦੇ ਵਿੱਚ ਸਮਾਂ ਪਤਾ ਨਹੀਂ ਆਉਣਾ ਕਿ ਨਹੀਂ ਆਉਣਾ, ਕੋਸ਼ਿਸ਼ ਕਰੀਏ ਮਨ ਬਿਰਤੀਆਂ ਇਕਾਗਰ ਕਰਕੇ ਜਿੰਨਾ ਵੀ ਲਾਹਾ ਪ੍ਰਾਪਤ ਕਰ ਸਕਦੇ ਕਰੀਏ, ਤਾਂ ਕਿ ਪ੍ਰਭੂ ਪਰਮਾਤਮਾ ਦੇ ਦਰ ਦੇ ਉੱਤੇ ਸਾਡੇ ਸਵਾਸ ਗਿਰਾਸ ਪ੍ਰਵਾਨ ਹੋ ਸਕਣ। ਗੁਰਬਾਣੀ ਵੀ ਵਿਚਾਰ ਕਰਦੇ ਹਾਂ, ਬੇਅੰਤ ਭੁੱਲਾਂ ਚੁੱਕਾਂ ਹੁੰਦੀਆਂ ਨੇ, ਗੁਰੂ ਤੇ ਸੰਗਤ ਬਖਸ਼ਣ ਯੋਗ ਹੈ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।